ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ 5ਵਾਂ ਭਾਗ ਬਟਵਾਰੇ ਦੀ ਸਿਆਸਤ, ਸੁਤੰਤਰਤਾ ਤੇ ਸਿੱਖ ਵਤਨ ਦੀ ਮੰਗ। ਕਾਂਡ 22 ਕਤਲ ਤੇ ਉਸ ਦੇ ਪਿੱਛੋਂ ਦੇ ਹਾਲਾਤ। ਜੋ ਸਿੱਖਾਂ ਬਾਰੇ ਥੋੜ੍ਹਾ ਬਹੁਤ ਵੀ ਜਾਣਦਾ ਸੀ, ਉਸ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਸੀ ਕਿ ਉਹਨਾਂ ਦੇ ਮਨ ਵਿੱਚੋਂ ਹਰਿਮੰਦਰ ਤੇ ਅਕਾਲ ਤਖ਼ਤ ਸਾਹਿਬ ਦਾ ਅਪਮਾਨ ਤੇ ਬੇਹੁਰਮਤੀ ਦਾ ਵਿਚਾਰ ਖਤਮ ਨਹੀਂ ਹੋਵੇਗਾ। ਨਾ ਹੀ ਉਹ ਇਸ ਤਰ੍ਹਾਂ ਕਰਨ ਵਾਲੇ ਨੂੰ, ਜਿਸ ਦਾ ਥੋੜ੍ਹਾ ਬਹੁਤ ਸਬੰਧ ਹੋਵੇ, ਮਾਫ਼ ਕਰਨਗੇ, ਜਦ ਤੱਕ ਉਹ ਖਿਮਾ ਲਈ ਬੇਨਤੀ ਨਹੀਂ ਕਰੇਗਾ। ਸਿੱਖ ਮਾਨਸਿਕਤਾ ਵਿੱਚ ਬਦਲੇ ਤੇ ਸ਼ਹਾਦਤ ਦੀ ਭਾਵਨਾ ਡੂੰਘੀ ਉਕਰੀ ਹੋਈ ਹੈ। 1984 ਵਿੱਚ ਵੀ ਬਹੁਤ ਸਾਰੇ ਸਿੱਖ ਐਸੇ ਸਨ ਜੋ ਇਹ ਸਾਬਤ ਕਰਨ ਲਈ ਤੁਰੇ ਹੋਏ ਸਨ ਕਿ ਉਹਨਾਂ ਵਿੱਚ ਅਜੇ ਵੀ ਕੋਈ ਤਬਦੀਲੀ ਨਹੀਂ ਆਈ ਸੀ। ਭਿੰਡਰਾਂਵਾਲੇ ਦੇ ਬਹੁਤ ਸਾਰੇ ਆਦਮੀ ਉਸ ਸਮੇਂ ਬਚ ਕੇ ਨਿਕਲ ਗਏ ਸਨ ਜਦੋਂ ਫੌਜ ਨੇ ਸਵਰਨ ਮੰਦਰ ਨੂੰ ਘੇਰਾ ਪਾ ਲਿਆ ਸੀ, ਅਤੇ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇ ਉਹ ਪਕੜੇ ਗਏ ਤਾਂ ਉਹਨਾਂ ਪ੍ਰਤੀ ਕੋਈ ਰਹਿਮਦਿਲੀ ਨਹੀਂ ਵਰਤੀ ਜਾਵੇਗੀ, ਅਤੇ ਜੇ ਉਹਨਾਂ ਨੇ ਹੋਰ ਜ਼ਿਆਦਾ ਜੁਰਮ ਕੀਤੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਗੋਲੀ ਹੀ ਮਾਰ ਦਿੱਤੀ ਜਾਵੇਗੀ ਜਾਂ ਫਾਹੇ ਲਾਇਆ ਜਾਵੇਗਾ। ਕਈ ਹੋਰ ਵੀ ਐਸੇ ਸਨ ਜਿਨ੍ਹਾਂ ਨੇ ਜਦੋਂ ਮੰਦਰ ਨੂੰ ਪੁੱਜਿਆ ਨੁਕਸਾਨ ਵੇਖਿਆ ਤਾਂ ਉਹਨਾਂ ਨੇ ਉਸ ਸਮੇਂ ਹੀ ਪਵਿੱਤਰ ਗ੍ਰੰਥ ਦੇ ਸਾਹਮਣੇ ਪ੍ਰਣ ਕੀਤਾ ਕਿ ਉਹ ਉਹਨਾਂ ਲੋਕਾਂ ਨੂੰ ਮਾਰ ਦੇਣਗੇ ਜੋ ਮੰਦਰ ਦੀ ਅਪਵਿੱਤਰਤਾ ਲਈ ਜ਼ਿੰਮੇਵਾਰ ਹਨ ਜਾਂ ਅਜਿਹੀਆਂ ਕੋਸ਼ਿਸ਼ਾਂ ਕਰਦਿਆਂ ਮਰ ਜਾਣਗੇ। ਉਹਨਾਂ ਦੇ ਨਿਸ਼ਾਨੇ ਦੀ ਸੂਚੀ ਵਿੱਚ ਰਾਸ਼ਟਰਪਤੀ ਜ਼ੈਲ ਸਿੰਘ, ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਉਹਨਾਂ ਦਾ ਪੁੱਤਰ ਤੇ ਪਰਿਵਾਰ, ਸੈਨਾ ਮੁਖੀ ਜਨਰਲ A.S. ਵੈਦਿਆ ਅਤੇ ਉਹ ਅਫਸਰ ਜਿਨ੍ਹਾਂ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਿੱਚ ਹਿੱਸਾ ਲਿਆ, ਅਤੇ ਕਈ ਵੀ ਹੋਰ ਲੋਕ ਵੀ ਸਨ। ਇਸ ਗੱਲ ਦਾ ਜਨ ਸਾਧਾਰਨ ਨੂੰ ਵੀ ਗਿਆਨ ਸੀ। ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਸਨ। ਉਹ ਸਾਰੇ ਜੋ ਖਤਰਾ ਮਹਿਸੂਸ ਕਰਦੇ ਸਨ, ਉਹਨਾਂ ਨੂੰ ਬੁਲਟ ਪ੍ਰੂਫ, ਜਿਨ੍ਹਾਂ 'ਤੇ ਗੋਲੀ ਅਸਰ ਨਾ ਕਰ ਸਕੇ, ਵਸਤਰ ਯਾਨੀ ਬਣੈਣਾ ਅਤੇ ਅੰਗ ਰੱਖੇ ਦਿੱਤੇ ਗਏ। ਜਿਨ੍ਹਾਂ ਦੀ ਸੁਰੱਖਿਆ ਲਈ ਅਤਿਅੰਤ ਸਾਵਧਾਨੀ ਵਰਤੀ ਗਈ, ਉਹਨਾਂ ਵਿੱਚ ਸਭ ਤੋਂ ਉੱਪਰ ਨਾਮ ਸ਼੍ਰੀਮਤੀ ਗਾਂਧੀ ਦਾ ਸੀ। ਉਹਦੇ ਇੱਕ ਸਫਦਰ ਜੰਗ ਨਿਵਾਸ ਦੇ ਨਾਲ ਲੱਗਦੇ ਘਰ, ਜਿਸ ਨੂੰ ਉਹਦੇ ਨਿੱਜੀ ਸਕੱਤਰੇਤ ਵਿੱਚ ਬਦਲ ਦਿੱਤਾ ਗਿਆ ਸੀ, ਉਸ ਉੱਪਰ ਸਖਤੀ ਨਾਲ ਪੁਲਿਸ ਦੀ ਗਸ਼ਤ ਹੁੰਦੀ ਸੀ ਅਤੇ ਪਹਿਰਾ ਲਾਇਆ ਗਿਆ ਸੀ। ਹਰ ਮੁਲਾਕਾਤੀ ਨੂੰ ਮੈਟਲ ਡਿਟੈਕਟਰ ਯਾਨੀ ਧਾਤ ਦੇ ਬਣੇ ਸੂਈ ਯੰਤਰ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਸੀ ਅਤੇ ਉਸ ਦੀ ਜਾਮਾ ਤਲਾਸ਼ੀ ਲਈ ਜਾਂਦੀ ਸੀ। ਹਰ ਸਮੇਂ ਲੋੜੀਂਦੇ ਵਰਗ ਦੇ ਖੂਨ ਦੀਆਂ ਬੋਤਲਾਂ ਨਾਲ ਲੈਸ ਹਸਪਤਾਲੀ ਗੱਡੀ ਅਤੇ ਡਾਕਟਰ ਤਿਆਰ ਬਰ ਤਿਆਰ ਰਹਿੰਦੇ ਸਨ। ਉਹਦੇ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣੇ ਸਿੱਖ ਸੁਰੱਖਿਆ ਪਹਿਰੇਦਾਰਾਂ ਨੂੰ ਹਟਾ ਦੇਵੇ, ਪਰ ਉਹਨਾਂ ਉਹ ਸੁਝਾਅ ਰੱਦ ਕਰ ਦਿੱਤਾ। 31 ਅਕਤੂਬਰ 1984 ਨੂੰ ਸਵੇਰ ਨੂੰ ਉਹ ਆਪਣੇ ਘਰੋਂ ਸਾਰਾ ਕੰਮ ਨਿਪਟਾ ਕੇ BBC ਟੈਲੀਵਿਜ਼ਨ ਮੰਡਲੀ ਨੂੰ ਆਪਣੇ ਦਫ਼ਤਰ ਦੇ ਬਗੀਚੇ ਵਿੱਚ ਮਿਲਣ ਲਈ ਬਾਹਰ ਆਈ। ਜਿਉਂ ਹੀ ਉਹ ਦੋਵਾਂ ਘਰਾਂ ਵਿਚਲੀ ਲੱਗੀ ਝਾੜੀਦਾਰ ਵਾੜ ਦੀ ਵਿਰਲ ਵਿੱਚੋਂ ਲੰਘਣ ਲੱਗੀ ਤਾਂ ਉਸਦੇ ਦੋ ਸੁਰੱਖਿਆ ਪਹਿਰੇਦਾਰਾਂ ਨੇ ਉਸ ਦੇ ਪਤਲੇ ਜਿਹੇ ਸਰੀਰ 'ਤੇ 18 ਗੋਲੀਆਂ ਭਰਾ ਦਿੱਤੀਆਂ। ਉੱਥੇ ਦੂਸਰੇ ਹੋਰ ਪਹਿਰੇਦਾਰਾਂ ਨੇ ਕਾਤਲਾਂ 'ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਨੂੰ ਜ਼ਿੰਦਾ ਫੜ ਲਿਆ ਗਿਆ, ਪਰ ਇਸ ਮੁੱਠ ਭੇੜ ਵਿੱਚ 38 ਸਾਲਾ ਬੇਅੰਤ ਸਿੰਘ ਦਫ਼ਤਰ ਵਿੱਚ ਲਿਜਾਏ ਜਾਣ ਪਿੱਛੋਂ ਮਾਰ ਦਿੱਤਾ ਗਿਆ ਅਤੇ 21 ਸਾਲਾ ਸਤਵੰਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸ਼੍ਰੀਮਤੀ ਗਾਂਧੀ ਨੂੰ 4 ਕਿਲੋਮੀਟਰ ਦੂਰ ਏਮਜ਼ ਯਾਨੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਵਿੱਚ ਬੜੀ ਤੇਜ਼ੀ ਨਾਲ ਲਿਜਾਇਆ ਗਿਆ ਅਤੇ ਨਾਲ ਹੀ ਉਸ ਦੀ ਇਤਾਲਵੀ ਨੂੰ ਸੋਨੀਆ ਵੀ ਗਈ। ਗੋਲੀਆਂ ਮਾਰੇ ਜਾਣ ਸਮੇਂ ਰਾਸ਼ਟਰਪਤੀ ਜ਼ੈਲ ਸਿੰਘ ਉੱਤਰੀ ਯਮਨ ਦੇ ਸਰਕਾਰੀ ਦੌਰੇ 'ਤੇ ਗਿਆ ਹੋਇਆ ਸੀ ਅਤੇ ਸ਼੍ਰੀਮਤੀ ਗਾਂਧੀ ਦਾ ਬੇਟਾ ਰਾਜੀਵ ਉਸ ਸਮੇਂ ਕਲਕੱਤਾ ਵਿੱਚ ਸੀ। BBC ਨੇ ਹਮਲੇ ਦੀ ਖਬਰ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਦਿੱਤੀ। ਆਲ ਇੰਡੀਆ ਰੇਡੀਓ ਨੂੰ 1 ਘੰਟਾ ਹੋਰ ਲੱਗਾ। ਸ਼੍ਰੀਮਤੀ ਗਾਂਧੀ ਦੀ 2 ਵਜੇ ਮੌਤ ਹੋ ਗਈ ਸੀ। ਉਸ ਦੀ ਮੌਤ ਦੀ ਖਬਰ ਵਿਸ਼ਵ ਦੀਆਂ ਸਭ ਸੰਚਾਰਨ ਪ੍ਰਣਾਲੀਆਂ ਰਾਹੀਂ 6 ਵਜੇ ਦੀਆਂ ਖਬਰਾਂ ਵਿੱਚ ਦਿੱਤੀ ਗਈ। ਸਾਰੀਆਂ ਕੌਮੀ ਅਖਬਾਰਾਂ ਨੇ ਆਪਣੇ ਵਿਸ਼ੇਸ਼ ਸੂਚਨਾ ਪੱਤਰ ਇਹ ਖਬਰ ਦਿੰਦਿਆਂ ਛਾਪੇ, ਜਿਵੇਂ ਉਹਨਾਂ ਨੂੰ ਸਰਕਾਰੀ ਤੌਰ 'ਤੇ ਦੱਸਿਆ ਗਿਆ ਸੀ। ਮਾਰਨ ਵਾਲੇ 2 ਸਿੱਖ ਅਤੇ 1 ਮੋਨਾ ਸੀ। ਪੰਜਾਬ ਵਿੱਚ 3 ਸਾਲਾ ਸੰਪਰਦਾਇਕ ਕਤਲਾਂ ਪਿੱਛੋਂ ਸ਼੍ਰੀਮਤੀ ਗਾਂਧੀ ਦੇ ਕਤਲ ਦੇ ਵੀ ਹਿੰਸਕ ਮੋੜਵੇਂ ਪ੍ਰਭਾਵ ਪੈਣੇ ਸਨ। ਭਾਵੇਂ ਪੰਜਾਬ ਵਿੱਚ ਕਤਲਾਂ ਦਾ ਸ਼ਿਕਾਰ ਹਿੰਦੂ ਅਤੇ ਸਿੱਖ ਬਰਾਬਰ ਦੇ ਹੀ ਸਨ, ਪਰ ਕਿਉਂਕਿ ਕਾਤਲ ਸਭ ਸਿੱਖ ਹੀ ਸਨ, ਇਸ ਲਈ ਇਹ ਸਮਝਿਆ ਗਿਆ ਕਿ ਸਾਰੇ ਸਿੱਖ ਹੀ ਦੋਸ਼ੀ ਸਨ ਅਤੇ ਉਹਨਾਂ ਨੂੰ ਸਜ਼ਾ ਦੇਣੀ ਹੀ ਚਾਹੀਦੀ ਸੀ। ਜਿਸ ਗੱਲ ਨੇ ਬਲਦੀ 'ਤੇ ਤੇਲ ਪਾਇਆ ਅਤੇ ਜਿਸ ਨਾਲ ਸਿੱਖਾਂ ਦੇ ਵਿਰੁੱਧ ਭਾਵਨਾ ਵਧੀ, ਉਹਦਾ ਕਾਰਨ ਇਹ ਸੀ ਕਿ ਕਿਸੇ ਵੀ ਉੱਘੇ ਸਿੱਖ ਨੇ ਨਾ ਤਾਂ ਭਿੰਡਰਾਂਵਾਲੇ ਵਿਰੁੱਧ ਅਤੇ ਨਾ ਹੀ ਆਤੰਕਵਾਦੀ ਦਲਾਂ ਹੱਥੋਂ ਮਾਸੂਮ ਅਤੇ ਨਿਰਦੋਸ਼ ਹਿੰਦੂਆਂ ਦੇ ਕਤਲਾਂ ਦੇ ਵਿਰੁੱਧ ਆਵਾਜ਼ ਉਠਾਈ। 31 ਅਕਤੂਬਰ ਦੀਆਂ ਤਰਕਾਲਾਂ ਵੇਲੇ ਏਮਜ਼ ਦੇ ਉਦਾਲੇ ਹਜੂਮ ਜੁੜਨਾ ਸ਼ੁਰੂ ਹੋ ਗਿਆ ਅਤੇ ਨੇੜੇ ਤੇੜੇ ਜੋ ਵੀ ਸਿੱਖ ਮਿਲਿਆ ਉਸ ਦੀ ਖਿੱਚ ਤੂ ਸ਼ੁਰੂ ਕਰ ਦਿੱਤੀ। ਰਾਸ਼ਟਰਪਤੀ ਜ਼ੈਲ ਸਿੰਘ, ਜਿਸ ਨੂੰ ਸ਼੍ਰੀਮਤੀ ਗਾਂਧੀ ਦੀ ਮੌਤ ਦੀ ਖਬਰ ਦਿੱਲੀ ਨੂੰ ਆਉਂਦਿਆਂ ਰਸਤੇ ਵਿੱਚ ਹੀ ਮਿਲੀ, ਉਹ ਹਵਾਈ ਅੱਡੇ ਤੋਂ ਸਿੱਧਾ ਏਮਜ਼ ਪਹੁੰਚਿਆ।
ਸ਼੍ਰੀਮਤੀ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨ ਮਗਰੋਂ ਜਦੋਂ ਰਾਸ਼ਟਰਪਤੀ ਭਵਨ ਵੱਲ ਜਾ ਰਿਹਾ ਸੀ, ਉਸ ਦੀ ਕਾਰ 'ਤੇ ਹਜੂਮ ਨੇ ਪੱਥਰ ਮਾਰੇ। ਕੇਂਦਰੀ ਮੰਤਰੀ ਮੰਡਲ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਤੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਸਲਾਹ ਕੀਤੇ ਬਿਨਾਂ ਹੀ ਰਾਸ਼ਟਰਪਤੀ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਸਹੁੰ ਚੁਕਾਉਣ ਦਾ ਫੈਸਲਾ ਕਰ ਲਿਆ। ਰਾਜੀਵ ਨੇ ਆਪਣੇ ਮੰਤਰੀ ਮੰਡਲ ਦਾ ਪੁਨਰਗਠਨ ਕੀਤਾ ਤੇ ਰੱਖਿਆ ਤੇ ਵਿਦੇਸ਼ ਵਿਭਾਗ ਆਪਣੇ ਕੋਲ ਰੱਖੇ। ਕੁਝ ਹੱਦ ਤੱਕ ਆਪ ਮੁਹਾਰੀ ਸਿੱਖ ਵਿਰੋਧੀ ਹਿੰਸਾ ਦਾ ਅਨੁਮਾਨ ਲਾਇਆ ਜਾ ਸਕਦਾ ਸੀ ਤੇ ਉਸ ਨੂੰ ਤੇਜ਼ੀ ਨਾਲ ਸਖਤ ਪੁਲਿਸ ਕਾਰਵਾਈ ਨਾਲ ਕਾਬੂ ਕੀਤਾ ਜਾ ਸਕਦਾ ਸੀ। ਜੋ ਕੁਝ ਸ਼੍ਰੀਮਤੀ ਗਾਂਧੀ ਦੇ ਕਤਲ ਪਿੱਛੋਂ ਹੋਇਆ, ਉਸ ਤੋਂ ਪ੍ਰਬੰਧਕੀ ਤੇ ਰਾਜਸੀ ਮਿਲੀਭੁਗਤ ਦੀ ਅਤਿਅੰਤ ਭਿਆਨਕ ਤੇ ਖੌਫਨਾਕ ਗਾਥਾ ਦਾ ਪਤਾ ਲੱਗਦਾ ਹੈ, ਜੋ ਭਾਰਤ ਦੇ ਆਜ਼ਾਦ ਹੋਣ ਦੇ ਸਮੇਂ ਤੋਂ ਇਤਨੇ ਵੱਡੇ ਪੈਮਾਨੇ 'ਤੇ ਪਹਿਲਾਂ ਕਦੇ ਨਹੀਂ ਵਾਪਰਿਆ ਸੀ। ਏਮਸ ਤੋਂ ਹਜੂਮ ਲਾਗਲੇ ਇਲਾਕੇ ਵਿੱਚ ਫੈਲ ਗਏ। ਪੁਲਿਸ ਨੇ ਉਹਨਾਂ ਨੂੰ ਰੋਕਣ ਲਈ ਕੁਝ ਨਾ ਕੀਤਾ। ਸੂਰਜ ਛਿਪਣ ਤੱਕ ਨਵੀਂ ਦਿੱਲੀ ਦੇ ਮੁੱਖ ਖਰੀਦਦਾਰੀ ਕੇਂਦਰ ਕਮਾਨ ਸਰਕਸ ਚੁਗਾਨ ਲੁੱਟ ਕੇ ਅੱਗ ਲਾ ਦਿੱਤੀ ਗਈ। ਇਹ ਦ੍ਰਿਸ਼ਾਂ ਨੂੰ ਵੱਡੇ ਹਜੂਮ ਵੇਖਦੇ ਰਹੇ। ਪੁਲਿਸ ਜੋ ਭਾਰੀ ਗਿਣਤੀ ਵਿੱਚ ਮੌਜੂਦ ਸੀ, ਖਾਮੋਸ਼ ਤਮਾਸ਼ਾਈ ਬਣੀ ਰਹੀ। ਸਿੱਖ ਚਾਲਕਾਂ ਦੀਆਂ ਕਾਰਾਂ, ਟਰੱਕ, 3 ਪਹੀਏ ਆਟੋ ਤੇ ਸਕੂਟਰ ਨੂੰ ਤੋੜ ਫੋੜ ਕੇ ਅੱਗ ਲਾ ਦਿੱਤੀ ਗਈ। ਵੱਖ-ਵੱਖ ਬਸਤੀਆਂ ਤੇ ਇਲਾਕਿਆਂ ਵਿੱਚ ਧੂੰਏਂ ਦੇ ਬੱਦਲ ਉੱਠਣੇ ਸ਼ੁਰੂ ਹੋ ਗਏ ਤੇ ਸ਼ਾਮ ਵੇਲੇ ਆਕਾਸ਼ ਸੜ ਰਹੀ ਸੁਗੰਧ ਨਾਲ ਲਾਲ ਹੋ ਗਿਆ। ਸਾਫ਼ ਦਿਸ ਰਿਹਾ ਸੀ ਕਿ ਇਹ ਸ਼ੋਲੇ ਬਜਾਏ ਨਾ ਗਏ ਤਾਂ ਸਾਰਾ ਸ਼ਹਿਰ ਅੱਗ ਦੀ ਲਪੇਟ ਵਿੱਚ ਆ ਜਾਵੇਗਾ। ਉਸ ਸਮੇਂ ਤੱਕ ਕਿਸੇ ਸਿੱਖ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਸੀ। ਸਥਿਤੀ ਨੂੰ ਕਾਬੂ ਕਰਨ ਲਈ ਨਾ ਤਾਂ ਦਿੱਲੀ ਪ੍ਰਸ਼ਾਸਨ ਨੇ ਤੇ ਨਾ ਹੀ ਕੇਂਦਰੀ ਸਰਕਾਰ ਨੇ ਕੋਈ ਕਾਹਲ ਵਿਖਾਈ। ਇਹ ਮਗਰੋਂ ਭੇਤ ਖੁੱਲ੍ਹਿਆ ਕਿ ਦਿੱਲੀ ਪ੍ਰਸ਼ਾਸਨ ਨੂੰ ਸਥਾਨਕ ਕਾਂਗਰਸ ਤੋਂ ਆਦੇਸ਼ ਮਿਲ ਰਹੇ ਸਨ ਕਿ ਕਾਂਗਰਸੀ ਹਕੂਮਤ ਵਾਲੇ ਰਾਜਾਂ ਵਿੱਚ ਵੀ ਪੁਲਿਸ ਨੂੰ ਦਖਲ ਨਾ ਦੇਣ ਦੀ ਹਦਾਇਤ ਦਿੱਤੀ ਗਈ ਸੀ। ਸਿੱਖਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਣੀ ਸੀ ਜਿਸ ਨੂੰ ਉਹ ਕਦੇ ਨਾ ਭੁਲਾ ਸਕਣ। ਆਰੰਭਕ ਆਪ ਮੁਹਾਰੇ ਸਿੱਖ ਵਿਰੋਧੀ ਅਵਾਲ ਤੇ ਪੜਾਕੇ ਨੂੰ ਬੜੀ ਸੋਚੀ ਸਮਝੀ ਚਾਲ ਨਾਲ ਲਾਂਬੂ ਤੇ ਭਾਂਬੜ ਵਿੱਚ ਤਬਦੀਲ ਕੀਤਾ ਗਿਆ, ਜਿਸ ਨੇ ਸਾਰੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਤਮਿਲਨਾਡੂ ਵਿੱਚ ਇੱਕਾ ਦੁੱਕਾ ਘਟਨਾਵਾਂ ਤੋਂ ਬਿਨਾਂ ਅਜਿਹੀ ਹਿੰਸਾ ਕਾਂਗਰਸ ਦੀ ਹਕੂਮਤ ਵਾਲੇ ਰਾਜਾਂ ਵਿੱਚ ਸਥਾਨਕ ਨੇਤਾਵਾਂ ਦੇ ਦਿਮਾਗ ਦੀ ਵਿਉਂਤ ਸੀ, ਜਿਨ੍ਹਾਂ ਵਿੱਚ ਲੋਕ ਸਭਾ ਮੈਂਬਰ ਵੀ ਸ਼ਾਮਲ ਸਨ। ਸਿੱਖਾਂ ਨੂੰ ਸਬਕ ਸਿਖਾਊ ਦੀ ਕਾਰਵਾਈ 31 ਅਕਤੂਬਰ ਦੀ ਰਾਤ ਨੂੰ ਸ਼ੁਰੂ ਕੀਤੀ ਗਈ। ਪਹਿਲਾਂ ਇਹ ਖਬਰ ਫੈਲਾਈ ਗਈ ਕਿ ਸਿੱਖ ਸ਼੍ਰੀਮਤੀ ਗਾਂਧੀ ਦੇ ਕਤਲ ਦੀ ਗਲੀਆਂ ਵਿੱਚ ਭੰਗੜਾ ਪਾ ਕੇ ਖੁਸ਼ੀ ਮਨਾ ਰਹੇ ਸਨ, ਮਠਿਆਈਆਂ ਵੰਡ ਰਹੇ ਸਨ ਤੇ ਘਰਾਂ ਵਿੱਚ ਰੌਸ਼ਨੀਆਂ ਕਰ ਰਹੇ ਹਨ। ਇਸ ਮਗਰੋਂ ਇਹ ਕਹਾਣੀਆਂ ਫੈਲਾਈਆਂ ਗਈਆਂ ਕਿ ਸਿੱਖਾਂ ਵੱਲੋਂ ਕਤਲ ਕੀਤੇ ਗਏ ਹਿੰਦੂਆਂ ਦੀਆਂ ਭਰੀਆਂ ਗੱਡੀਆਂ ਪੰਜਾਬ ਤੋਂ ਦਿੱਲੀ ਪਹੁੰਚ ਗਈਆਂ ਹਨ। ਅੱਧੀ ਰਾਤ ਤੱਕ ਇੱਕ ਹੋਰ ਅਫਵਾਹ ਫੈਲਾ ਦਿੱਤੀ ਗਈ ਕਿ ਸਿੱਖਾਂ ਨੇ ਦਿੱਲੀ ਦੇ ਪੀਣ ਵਾਲੇ ਪਾਣੀ ਵਿੱਚ ਜ਼ਹਿਰ ਮਿਲਾ ਦਿੱਤਾ ਸੀ। ਇਸ ਦੌਰਾਨ ਸਰਕਾਰੀ ਪ੍ਰਬੰਧ ਅਧੀਨ ਦੂਰਦਰਸ਼ਨ ਲਗਾਤਾਰ ਸ਼੍ਰੀਮਤੀ ਗਾਂਧੀ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਦਿਖਾਉਂਦਾ ਰਿਹਾ ਤੇ ਨਾਮਜ਼ਦਾ ਰਾਜੀਵ ਗਾਂਧੀ ਪਰਚੌਣੀ ਕਰਨ ਆਉਂਦੇ ਲੋਕਾਂ ਨੂੰ ਮਿਲਦਾ ਰਿਹਾ, ਜੋ ਥੋੜ੍ਹੇ ਸਮੇਂ ਪਿੱਛੋਂ ਇੰਦਰਾ ਗਾਂਧੀ ਜ਼ਿੰਦਾਬਾਦ ਤੇ ਖੂਨ ਕਾ ਬਦਲਾ ਖੂਨ ਸੇ ਲੇਂਗੇ ਦੇ ਨਾਅਰੇ ਲਾਉਂਦੇ ਰਹੇ। ਇਹ ਤਿਆਰੀ ਕਰਨ ਪਿੱਛੋਂ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਨੇ ਟਰੱਕਾਂ ਵਿੱਚ ਬਾਹਰਲੀਆਂ ਬਸਤੀਆਂ ਤੋਂ ਪੇਂਡੂਆਂ ਨੂੰ ਲਿਆਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਕੋਲ ਲੋਹੇ ਦੇ ਸਰੀਏ ਤੇ ਮਿੱਟੀ ਦੇ ਤੇਲ ਤੇ ਪੈਟਰੋਲ ਦੇ ਕਨਸਤਰ ਸਨ। ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪੁਲਿਸ ਉਹਨਾਂ ਨੂੰ ਰੋਕਣ ਲਈ ਦਖਲ ਨਹੀਂ ਦੇਵੇਗੀ। ਨੌਜਵਾਨ ਜਾਟਾਂ, ਗੁੱਜਰਾਂ ਤੇ ਨੀਵੀਆਂ ਜਾਤੀਆਂ ਦੇ ਹਿੰਦੂਆਂ ਨੂੰ ਇਹ ਲਾਲਚ ਦੇਣ ਦੀ ਲੋੜ ਹੀ ਨਹੀਂ ਸੀ ਕਿ ਉਹ ਆਉਣ ਤੇ ਅਮੀਰ ਸਿੱਖਾਂ ਦਾ ਸਮਾਨ ਲੁੱਟਣ ਤੇ ਜੋ ਵੀ ਮਾਲ ਹੱਥ ਲੱਗਦਾ ਹੈ ਲੈ ਜਾਣ। ਇਹਨਾਂ ਗੰਵਾਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਲੁੱਟਮਾਰੀ ਕਾਫੀ ਸੀ। ਕਤਲ, ਅਗਜ਼ਨੀ ਤੇ ਬਲਾਤਕਾਰ ਤਾਂ ਉਹਨਾਂ ਲਈ ਵਾਧੂ ਝੂੰਗਾ ਜਾਂ ਨਫਾ ਸੀ ਤੇ ਜੋ ਉਹ ਕਰ ਰਹੇ ਸਨ ਇਹ ਉਹਨਾਂ ਦੇ ਅਪਰਾਧ ਨੂੰ ਸਹੀ ਠਹਿਰਾਉਣ ਲਈ ਕਾਫੀ ਸੀ। ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਮਾਰੇ ਜਾਣ ਦਾ ਉਂਝ ਨਾ ਕੋਈ ਗਮ ਸੀ ਤੇ ਨਾ ਕੋਈ ਗੁੱਸਾ। ਸਿੱਖਾਂ ਵੱਲੋਂ ਕੋਈ ਵਿਰੋਧ ਜਾਂ ਮੁਕਾਬਲੇ ਦੀ ਬੜੀ ਘੱਟ ਸੰਭਾਵਨਾ ਸੀ। ਉਹਨਾਂ ਦੀ ਵਸੋਂ ਹਿੰਦੂਆਂ ਦੀ ਦਿੱਲੀ ਵਿੱਚ 83% ਦੇ ਮੁਕਾਬਲੇ ਮਸਾਂ ਹੀ 7.5% ਸੀ ਤੇ ਮੁਸਲਮਾਨਾਂ ਦੇ ਵਿਪਰੀਤ ਜੋ ਮੁਹੱਲਿਆਂ ਵਿੱਚ ਇਕੱਠੇ ਰਹਿੰਦੇ ਸਨ ਤੇ ਉਹਨਾਂ ਨੂੰ ਫਿਰਕੂ ਫਸਾਦਾਂ ਦਾ ਅਨੁਭਵ ਹੋ ਚੁੱਕਾ ਸੀ, ਪਰ ਸਿੱਖ ਹਿੰਦੂਆਂ ਵਿੱਚ ਹੀ ਉਹਨਾਂ ਵੱਲੋਂ ਹਿੰਸਾ ਤੋਂ ਬੇਫਿਕਰ ਹੋ ਕੇ ਰਹਿੰਦੇ ਸਨ। ਇਸ ਦੇ ਨਾਲ ਇਹ ਗੱਲ ਵੀ ਸੀ ਕਿ ਮੁਸਲਮਾਨਾਂ ਦੇ ਉਲਟ ਜਿਨ੍ਹਾਂ ਨੂੰ ਦੂਰੋਂ ਪਛਾਣਨਾ ਔਖਾ ਸੀ, ਸਿੱਖ ਮਰਦਾਂ ਦੀ ਵੱਖਰੀ ਸੂਰਤ ਤਾਂ ਹਮਲਾਵਰਾਂ ਦੇ ਕੰਮ ਨੂੰ ਹੋਰ ਵੀ ਸੁਖਾਲਾ ਕਰ ਦਿੰਦੀ ਸੀ। ਉਹਨਾਂ ਨੂੰ ਉਹਨਾਂ ਲੋਕਾਂ ਦਾ ਮੁਕਾਬਲਾ ਕਰਨਾ ਪਿਆ ਜੋ ਹੱਥਾਂ ਵਿੱਚ ਮੱਤ ਸੂਚੀਆਂ ਲੈ ਕੇ ਲੁਟੇਰਿਆਂ ਨੂੰ ਸਿੱਖਾਂ ਦੇ ਘਰ, ਦੁਕਾਨਾਂ ਤੇ ਹੋਰ ਜਾਇਦਾਦ ਲੁੱਟਣ ਲਈ ਨਿਰਦੇਸ਼ ਦੇ ਰਹੇ ਸਨ। ਇਸ ਤਰ੍ਹਾਂ ਸਿੱਖਾਂ ਨੂੰ ਮਾਰਨਾ 1 ਨਵੰਬਰ ਤੋਂ ਸ਼ੁਰੂ ਹੋ ਕੇ ਸ਼੍ਰੀਮਤੀ ਗਾਂਧੀ ਦੇ ਦਾਹ ਸੰਸਕਾਰ ਤੱਕ ਭਾਵ 3 ਨਵੰਬਰ ਦੀ ਢਲਦੀ ਦੁਪਹਿਰ ਤੱਕ ਬੇਰੋਕ ਜਾਰੀ ਰਿਹਾ। ਦਿੱਲੀ ਵਿੱਚ ਲਗਭਗ 1000 ਸਿੱਖ ਗੁਰਦੁਆਰੇ ਤੇ ਸਿੱਖਾਂ ਦੀਆਂ ਹਜ਼ਾਰਾਂ ਹੀ ਦੁਕਾਨਾਂ, ਘਰ, ਕਾਰਖਾਨੇ ਲੁੱਟ ਕੇ ਬਰਬਾਦ ਕੀਤੇ ਗਏ। ਸਿੱਖ ਇਸਤਰੀਆਂ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਤੇ ਸਿੱਖਾਂ ਨੂੰ ਖਾਸ ਕਰਕੇ 15 ਤੋਂ 50 ਸਾਲ ਦੀ ਉਮਰ ਦੇ ਵਿਚਕਾਰ ਦੇ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ।
ਗੱਡੀਆਂ ਤੇ ਬੱਸਾਂ ਰੋਕ ਕੇ ਸਿੱਖਾਂ ਨੂੰ ਬਾਹਰ ਧੂ ਕੇ ਕਤਲ ਕੀਤਾ ਗਿਆ। ਗੱਡੀਆਂ ਵਿੱਚ ਮਾਰੇ ਜਾਣ ਵਾਲਿਆਂ ਵਿੱਚ ਬੇਹਿਸਾਬੇ ਫੌਜੀ ਅਫਸਰ ਵੀ ਸਨ। ਮਾਰਨ ਦਾ ਇੱਕੋ ਨਿਸ਼ਚਿਤ ਢੰਗ ਸੀ। ਪਹਿਲਾਂ ਮਾਰੇ ਜਾਣ ਵਾਲੇ ਆਪਣੇ ਸ਼ਿਕਾਰ ਨੂੰ ਉਹ ਲੋਹੇ ਦੇ ਡੰਡਿਆਂ ਨਾਲ ਕੁੱਟਦੇ ਮਾਰਦੇ, ਫਿਰ ਪੈਟਰੋਲ ਪਾ ਕੇ ਅੱਗ ਲਾ ਦਿੰਦੇ। ਇਸ ਘੱਲੂਘਾਰੇ ਦੇ ਮਗਰਲੇ ਪੜਾਅ ਵਿੱਚ ਮਾਰਨ ਦੇ ਢੰਗਾਂ ਵਿੱਚ ਕੁਝ ਚਤੁਰਾਈ ਵਰਤੀ ਗਈ। ਸੰਤਾਪੇ ਹੋਏ ਨਿਰਦੋਸ਼ਾਂ ਦੇ ਹੱਥ ਉਹਨਾਂ ਦੀ ਪਿੱਠ ਪਿੱਛੇ ਬੰਨ੍ਹ ਕੇ ਉਹਨਾਂ ਦੇ ਗਲ ਵਿੱਚ ਬਲ ਰਹੇ ਟਾਇਰ ਲੱਟ ਬਲਦੇ ਹਾਰਾਂ ਵਾਂਗ ਪਾ ਦਿੱਤੇ ਜਾਂਦੇ। ਇਹਨਾਂ 4 ਦਿਨਾਂ ਵਿੱਚ ਮਾਰੇ ਗਏ ਸਿੱਖਾਂ ਦੀ ਸਹੀ ਗਿਣਤੀ ਕਰਨੀ ਅਸੰਭਵ ਹੋਵੇਗੀ। ਸਰਕਾਰੀ ਸੰਚਾਰ ਸਾਧਨਾਂ ਤੇ ਸਰਕਾਰੀ ਸੰਸਥਾਵਾਂ ਦੀਆਂ 2 ਪੱਤਰੀਆਂ ਨੇ ਪਹਿਲਾਂ ਇਹ ਗਿਣਤੀ 400 ਦੱਸੀ। ਮਗਰੋਂ ਇਹ ਭੇਤ ਖੁੱਲ੍ਹਿਆ ਕਿ ਇਕੱਲੀ ਦਿੱਲੀ ਵਿੱਚ ਪਹਿਲੇ 2 ਦਿਨਾਂ ਵਿੱਚ ਮਾਰੇ ਗਏ ਸਿੱਖਾਂ ਦੀਆਂ ਵਿਧਵਾਵਾਂ ਦੀ ਗਿਣਤੀ, ਜਿਨ੍ਹਾਂ ਨੇ ਸ਼ਰਨਾਰਥੀ ਕੈਂਪਾਂ ਵਿੱਚ ਸ਼ਰਨ ਲਈ ਸੀ, 1000 ਤੋਂ ਵੱਧ ਸੀ। ਦਿੱਲੀ ਤੋਂ ਬਿਨਾਂ ਸਿੱਖਾਂ ਦੀਆਂ ਹੱਤਿਆਵਾਂ ਤੇ ਸਮੂਹਕ ਕਤਲ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਵੀ ਹੋਏ। ਸਭ ਤੋਂ ਜ਼ਿਆਦਾ ਨੁਕਸਾਨ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕਾਨਪੁਰ, ਲਖਨਊ, ਰਾਂਚੀ ਤੇ ਰੁੜਕੇਲਾ ਵਰਗੇ ਸ਼ਹਿਰਾਂ ਵਿੱਚ ਹੋਇਆ। 10,000 ਸਿੱਖਾਂ ਦੇ ਮਾਰੇ ਜਾਣ ਦੇ ਅੰਕੜੇ, ਜਿਨ੍ਹਾਂ ਵਿੱਚ ਅੱਧੇ ਤੋਂ ਜ਼ਿਆਦਾ ਦਿੱਲੀ ਵਿੱਚ ਹੀ ਮਾਰੇ ਗਏ, ਕੋਈ ਅਤਕਥਨੀ ਨਹੀਂ ਸੀ। ਸਿੱਖਾਂ ਦੀ ਜਾਇਦਾਦ ਦਾ ਅਨੁਮਾਨ ਲਾਉਣਾ ਹੋਰ ਵੀ ਔਖਾ ਸੀ, ਕਿਉਂਕਿ ਉਹਨਾਂ ਵਿੱਚ ਕਰੋੜਾਂ ਦੀ ਕੀਮਤ ਦੇ ਬੋਤਲਾਂ ਭਰਨ ਵਾਲੇ ਮੈਸਰਸ ਪਿਓਰ ਡਰਿੰਕਸ ਦੇ 3 ਕਾਰਖਾਨਿਆਂ ਦੇ ਮਲਬੇ ਤੋਂ ਲੈ ਕੇ ਕੁਝ ਹਜ਼ਾਰਾਂ ਦੀਆਂ ਕੀਮਤ ਵਾਲੀਆਂ ਦੁਕਾਨਾਂ ਤੇ ਕਾਰਖਾਨੇ ਵੀ ਸ਼ਾਮਲ ਸਨ। ਭਾਰਤ ਦੇ ਵੱਖ-ਵੱਖ ਭਾਗਾਂ 'ਚੋਂ 20,000 ਤੋਂ 30,000 ਸਿੱਖ ਪਰਿਵਾਰ ਜਾਨਾਂ ਬਚਾ ਕੇ ਪੰਜਾਬ ਨੂੰ ਹਿਜਰਤ ਕਰ ਗਏ। ਕੀ ਸਿੱਖਾਂ ਦਾ ਸਮੂਹਕ ਕਤਲੇਆਮ ਰੋਕਿਆ ਜਾ ਸਕਦਾ ਸੀ? ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਕੇਂਦਰ ਸਰਕਾਰ ਚਾਹੁੰਦੀ ਤਾਂ ਸਿੱਖਾਂ ਦੇ ਜਾਨ ਮਾਲ ਦਾ ਨੁਕਸਾਨ ਬਹੁਤ ਘਟਾਇਆ ਜਾ ਸਕਦਾ ਸੀ। ਨਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜਿਸ ਕੋਲ ਰੱਖਿਆ ਵਿਭਾਗ ਵੀ ਸੀ, ਉਸ ਨੂੰ ਜਿਸ ਪੱਧਰ 'ਤੇ ਹਿੰਸਾ ਤੇ ਮਾਰ ਧਾੜ ਹੋ ਰਹੀ ਸੀ, ਉਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ। 31 ਅਕਤੂਬਰ ਦੀ ਸ਼ਾਮ ਨੂੰ ਉਹਨਾਂ ਨੇ ਇੱਕ ਮੀਟਿੰਗ ਬੁਲਾਈ, ਜਿਸ ਵਿੱਚ ਦਿੱਲੀ ਦਾ ਉਪ ਰਾਜਪਾਲ, ਦਿੱਲੀ ਦਾ ਪੁਲਿਸ ਕਮਿਸ਼ਨਰ ਤੇ ML ਫੌਜਦਾਰ, ਜੋ ਗਾਂਧੀ ਪਰਿਵਾਰ ਦਾ ਵਿਸ਼ਵਾਸ ਪਾਤਰ ਸੀ ਤੇ ਮਗਰੋਂ ਰਾਜੀਵ ਗਾਂਧੀ ਦੇ ਮੰਤਰੀ ਮੰਡਲ ਦਾ ਵਜ਼ੀਰ ਰਿਹਾ, ਹਾਜ਼ਰ ਸਨ। ਇਸ ਮੀਟਿੰਗ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੇ ਇਹ ਵਿਚਾਰ ਪ੍ਰਗਟ ਕੀਤਾ ਕਿ ਸੈਨਾ ਬੁਲਾ ਲਈ ਜਾਵੇ, ਨਹੀਂ ਤਾਂ ਤਬਾਹੀ ਹੋ ਜਾਵੇਗੀ। ਇਸ ਵਿਚਾਰ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਉਸੇ ਸ਼ਾਮ ਨਵੇਂ ਗ੍ਰਹਿ ਮੰਤਰੀ PV ਨਰਸਿਮਹਾ ਰਾਓ ਨੇ ਭਾਜਪਾ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਭਰੋਸਾ ਦਿੱਤਾ ਕਿ 2 ਘੰਟਿਆਂ ਵਿੱਚ ਹੀ ਸਾਰੀ ਸਥਿਤੀ 'ਤੇ ਕਾਬੂ ਪਾ ਲਿਆ ਜਾਵੇਗਾ। ਆਕਾਸ਼ਵਾਣੀ ਤੋਂ ਪ੍ਰਧਾਨ ਮੰਤਰੀ ਨੇ ਸ਼ਾਂਤੀ ਕਰਨ ਲਈ ਅਪੀਲ ਕੀਤੀ, ਪਰ ਐਸਾ ਯਤਨ ਨਾ ਕੀਤਾ ਕਿ ਉਸ ਦੀ ਅਪੀਲ ਪ੍ਰਭਾਵਸ਼ਾਲੀ ਵੀ ਹੋਵੇ। ਪਹਿਲੀ ਰਾਤ ਕਰਫਿਊ ਵੀ ਨਾ ਲਾਇਆ ਗਿਆ। ਅਗਲੀ ਸਵੇਰ 1 ਨਵੰਬਰ ਨੂੰ ਜਿਹੜੇ ਸ਼ਹਿਰੀਆਂ ਨੇ ਰਾਸ਼ਟਰਪਤੀ ਤੇ ਮੰਤਰੀਆਂ ਦੇ ਘਰਾਂ ਵਿੱਚ ਜਾਣ ਦਾ ਹੌਸਲਾ ਵਿਖਾਇਆ, ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਫੌਜ ਬੁਲਾਈ ਜਾਵੇਗੀ ਤੇ ਕਰਫਿਊ ਲਾਇਆ ਜਾਵੇਗਾ। ਭਾਰਤੀ ਦੰਡਾਵਲੀ ਦੀ ਧਾਰਾ 144 ਲਾਈ ਗਈ, ਜਿਸ ਅਨੁਸਾਰ 4 ਤੋਂ ਵੱਧ ਆਦਮੀਆਂ ਦੇ ਇਕੱਠੇ ਹੋਣ ਦੀ ਮਨਾਹੀ ਸੀ। 1 ਨਵੰਬਰ ਦੀ ਦੁਪਹਿਰ ਤੋਂ ਮਗਰੋਂ ਕਰਫਿਊ ਲਾ ਦਿੱਤਾ ਗਿਆ। ਲੁੱਟ-ਮਾਰ ਕਰਦੇ ਹੁੱਲੜਬਾਜ਼ਾਂ ਨੇ ਦੋਹਾਂ ਆਦੇਸ਼ਾਂ ਦੀ ਪਰਵਾਹ ਨਾ ਕੀਤੀ ਤੇ ਬਿਨਾਂ ਡਰ ਦੇ ਆਪਣੇ ਭੈੜੇ ਕੰਮਾਂ ਵਿੱਚ ਜੁਟੇ ਰਹੇ। ਪੁਲਿਸ ਇਹ ਨਜ਼ਾਰੇ ਇੱਕ ਪਾਸੇ ਖੜੀ ਵੇਖਦੀ ਰਹੀ ਜਾਂ ਹਜੂਮ ਨੂੰ ਅਹਿੰਸਾ ਲਈ ਉਤਸ਼ਾਹ ਦਿੰਦੀ ਰਹੀ ਤੇ ਲੁੱਟ ਦੇ ਮਾਲ ਵਿੱਚੋਂ ਹਿੱਸਾ ਵੰਡਾਉਂਦੀ ਰਹੀ। 2 ਨਵੰਬਰ ਨੂੰ ਅਖਬਾਰਾਂ ਵਿੱਚ ਮੋਟੇ ਅੱਖਰਾਂ ਵਿੱਚ ਧੜੱਲੇ ਨਾਲ ਛਾਪਿਆ ਗਿਆ ਕਿ ਵੇਖ ਜਾਂ ਹੀ ਗੋਲੀ ਮਾਰਨ ਤੇ ਅਨਿਸ਼ਚਿਤ ਸਮੇਂ ਦਾ ਕਰਫਿਊ ਲਾਉਣ ਲਈ ਪੁਲਿਸ ਤੇ ਸੈਨਾ ਨੂੰ ਹੁਕਮ ਦੇ ਦਿੱਤਾ ਗਿਆ। ਪਰ ਕਿਸੇ ਨੂੰ ਨਾ ਤਾਂ ਵੇਖਦਿਆਂ ਹੀ ਗੋਲੀ ਹੀ ਮਾਰੀ ਗਈ ਤੇ ਨਾ ਹੀ 3 ਨਵੰਬਰ ਤੱਕ ਫੌਜ ਬੁਲਾਈ ਗਈ, ਤੇ ਉਹ ਵੀ ਵਧੇਰੇ ਕਰਕੇ ਵਿਸ਼ਵ ਦੇ ਸਿਆਸਤਦਾਨਾਂ ਨੂੰ ਸੁਰੱਖਿਆ ਦੇਣ ਲਈ ਸੱਦੀ ਗਈ, ਜੋ ਸ਼੍ਰੀਮਤੀ ਗਾਂਧੀ ਦੇ ਦਾਹ ਸੰਸਕਾਰ ਲਈ ਆਏ ਸਨ। ਉਸ ਸਮੇਂ ਤੱਕ ਸਿੱਖਾਂ ਦੇ ਲਹੂ ਨਾਲ ਦਿੱਲੀ ਦੀ ਪਿਆਸ ਬੁਝ ਚੁੱਕੀ ਸੀ। ਇਸ ਭਿਆਨਕ ਕਹਿਰ ਵਾਪਰਨ ਪਿੱਛੋਂ ਸਰਕਾਰ ਦਾ ਵਤੀਰਾ ਬਹੁਤ ਹੀ ਮੰਦਭਾਗਾ ਸੀ। ਸ਼੍ਰੀਮਤੀ ਗਾਂਧੀ ਦੇ ਜਨਮ ਦਿਨ 'ਤੇ 19 ਨਵੰਬਰ ਨੂੰ ਹੋਈ ਪਹਿਲੀ ਸਰਕਾਰੀ ਮੀਟਿੰਗ ਵਿੱਚ ਰਾਜੀਵ ਗਾਂਧੀ ਨੇ ਇੱਕ ਫਿਕਰੇ ਨਾਲ ਹੀ ਵਾਪਰੀ ਹਿੰਸਾ ਨੂੰ ਇਹ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਕਿ ਜਦ ਵੱਡਾ ਬੋਹੜ ਦਾ ਦਰਖਤ ਡਿੱਗਦਾ ਹੈ ਤਾਂ ਇਸ ਦੇ ਹੇਠਾਂ ਜ਼ਮੀਨ 'ਚ ਤਰਥੱਲੀ ਤਾਂ ਆਉਂਦੀ ਹੀ ਹੈ। ਕਤਲੇਆਮ ਦਾ ਸ਼ਿਕਾਰ ਹੋਏ ਪਰਿਵਾਰਾਂ ਪ੍ਰਤੀ ਉਸਨੇ ਇੱਕ ਵੀ ਹਮਦਰਦੀ ਦਾ ਸ਼ਬਦ ਨਾ ਬੋਲਿਆ। ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ, ਉਹਨਾਂ ਵਿੱਚ ਉਪ ਰਾਜਪਾਲ PG ਗਵਈ ਸੀ, ਜਿਸ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ, ਤੇ ਦੂਸਰਾ ਪੁਲਿਸ ਕਮਿਸ਼ਨਰ ਸੀ, ਜਿਸ ਨੂੰ ਮੁਅੱਤਲ ਕਰ ਦਿੱਤਾ ਗਿਆ। ਗ੍ਰਹਿ ਮੰਤਰੀ ਤੇ ਗ੍ਰਹਿ ਸਕੱਤਰ, ਜਿਨ੍ਹਾਂ ਦਾ ਕੰਮ ਮੁਲਕ ਵਿੱਚ ਅਮਨ ਕਾਨੂੰਨ ਕਾਇਮ ਰੱਖਣਾ ਤੇ ਦੇਖਭਾਲ ਕਰਨਾ ਸੀ, ਉਹਨਾਂ ਨੂੰ ਤਾਂ ਸਗੋਂ ਇਨਾਮਾਂ ਨਾਲ ਨਿਵਾਜਿਆ ਗਿਆ। ਨਰਸਿਮਹਾ ਰਾਓ ਨੂੰ ਮੰਤਰੀ ਮੰਡਲ ਦਾ ਸਭ ਤੋਂ ਸੀਨੀਅਰ ਮੈਂਬਰ ਬਣਾ ਦਿੱਤਾ ਗਿਆ ਤੇ ਗ੍ਰਹਿ ਸਕੱਤਰ MS ਵਲੀ ਨੂੰ ਦਿੱਲੀ ਦਾ ਉਪ ਰਾਜਪਾਲ ਬਣਾ ਦਿੱਤਾ ਗਿਆ। ਇਹਨਾਂ ਅਪਰਾਧਾਂ ਕਾਰਨ ਫੜੇ ਗਏ 1809 ਵਿਅਕਤੀਆਂ ਨੂੰ ਜਾਂ ਤਾਂ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਜਾਂ ਕਾਂਗਰਸੀ ਨੇਤਾਵਾਂ ਦੀ ਮੁਦਾਖਲਤ ਕਾਰਨ ਰਿਹਾ ਕਰ ਦਿੱਤਾ ਗਿਆ। ਸਰਕਾਰ ਨੇ ਘੱਲੂਘਾਰੇ ਦੀ ਪੜਤਾਲ ਕਰਾਉਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਇਸ ਦਾ ਕੋਈ ਲਾਭ ਨਹੀਂ ਹੋਵੇਗਾ, ਪਰ ਕਈ ਲੋਕ ਇਹ ਮਹਿਸੂਸ ਕਰਦੇ ਸਨ ਕਿ ਜੇ ਇਸ ਤਰ੍ਹਾਂ ਵੱਡੇ ਪੈਮਾਨੇ 'ਤੇ ਹੋਏ ਅਪਰਾਧਾਂ ਨੂੰ ਅਣਡਿੱਠ ਕਰਕੇ
ਪਰਦਾਪੋਸ਼ੀ ਕੀਤੀ ਗਈ ਤੇ ਗੁਮਨਾਮੀ ਦੇ ਅੰਧਕਾਰ ਵਿੱਚ ਛੁਪਾ ਦਿੱਤਾ ਗਿਆ ਤਾਂ ਉਹਨਾਂ ਦੀ ਸੜਾਨ ਤੇ ਮੰਦੇ ਪ੍ਰਭਾਵ ਨਾਲ ਜ਼ੁਲਮ ਦੇ ਸ਼ਿਕਾਰ ਹੋਏ ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਉਤੇਜਿਤ ਤੇ ਉਤਸ਼ਾਹਿਤ ਹੋ ਜਾਣਗੇ। ਇਸ ਪਾਸੇ ਦਾ ਪੀਪਲ ਯੂਨੀਅਨ ਫਾਰ ਡੈਮੋਕ੍ਰੈਟਿਕ ਰਾਈਟਸ ਤੇ ਪੀਪਲ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਪਹਿਲ ਕੀਤੀ। ਘੱਲੂਘਾਰੇ ਤੇ ਕਤਲੇਆਮ ਦੇ ਬਚ ਰਹੇ ਚਸ਼ਮਦੀਦ ਗਵਾਹਾਂ ਤੋਂ ਨਾਗਰਿਕ ਏਕਤਾ ਮੰਚ ਦੇ ਸਵੈ ਸੇਵਕਾਂ ਨੇ ਜਾਣਕਾਰੀ ਇਕੱਤਰ ਕੀਤੀ। ਇਹਨਾਂ ਸੰਸਥਾਵਾਂ ਦਾ ਇੱਕ ਵੀ ਮੈਂਬਰ ਸਿੱਖ ਨਹੀਂ ਸੀ। ਉਹਨਾਂ ਦੀ ਖੋਜ ਦੇ ਨਤੀਜੇ ਸਤੰਬਰ 1984 ਵਿੱਚ ਕੌਣ ਦੋਸ਼ੀ ਹਨ ਦੇ ਸਿਰਲੇਖ ਅਧੀਨ ਛਾਪੇ ਗਏ। ਘਟਨਾਵਾਂ ਨੂੰ ਸਿਲਸਿਲੇਵਾਰ ਵਰਣਨ ਕਰਨ ਪਿੱਛੋਂ ਉਹਨਾਂ ਨੇ ਉਹਨਾਂ ਸਿਆਸਤਦਾਨਾਂ, ਪੁਲਿਸ ਵਾਲਿਆਂ ਤੇ ਦੂਸਰੇ ਵਿਅਕਤੀਆਂ ਦੇ ਨਾਮ ਛਾਪਣ ਦੀ ਦਲੇਰੀ ਵੀ ਕੀਤੀ ਜਿਨ੍ਹਾਂ ਨੂੰ ਚਸ਼ਮਦੀਦ ਗਵਾਹਾਂ ਨੇ ਪਛਾਣ ਲਿਆ ਸੀ। ਉਹਨਾਂ ਵਿੱਚ ਰਾਜੀਵ ਗਾਂਧੀ ਦੇ ਮੰਤਰੀ ਮੰਡਲ ਦਾ ਇੱਕ ਮੰਤਰੀ ਹਰਕਿਸ਼ਨ ਲਾਲ ਭਗਤ ਤੇ 3 ਲੋਕ ਸਭਾ ਦੇ ਮੈਂਬਰ ਜਗਦੀਸ਼ ਟਾਈਟਲਰ, ਜਿਸ ਨੂੰ ਕੁਝ ਮਹੀਨਿਆਂ ਮਗਰੋਂ ਮੰਤਰੀ ਦਾ ਪਦ ਦੇ ਦਿੱਤਾ ਗਿਆ, ਸੱਜਣ ਕੁਮਾਰ ਤੇ ਧਰਮ ਕੁਮਾਰ ਸ਼ਾਸਤਰੀ ਸਨ। ਜਿਹੜੇ ਦੂਸਰੇ ਸਿਆਸਤਦਾਨ ਸਨ ਉਹਨਾਂ ਵਿੱਚ ਦਿੱਲੀ ਮਹਾਨਗਰ ਪਾਲਿਕਾ ਤੇ ਰਾਜਧਾਨੀ ਕੌਂਸਲ ਦੇ ਮੈਂਬਰ ਤੇ ਹੋਰ ਜਵਾਨ ਨੇਤਾ ਸ਼ਾਮਲ ਸਨ। ਹਜੂਮ ਨੂੰ ਭੜਕਾਉਣ ਤੇ ਲੁੱਟ ਦੀ ਮਾਲ ਵਿੱਚੋਂ ਹਿੱਸਾ ਲੈਣ ਵਾਲੇ 13 ਪੁਲਿਸ ਅਫਸਰਾਂ ਦੇ ਨਾਮ ਵੀ ਦੱਸੇ ਗਏ ਤੇ 198 ਵੱਖ-ਵੱਖ ਅਪਰਾਧਾਂ ਵਿੱਚ ਹਿੱਸਾ ਲੈਣ ਦੇ ਦੋਸ਼ੀ ਪਾਏ ਗਏ। ਜਿਨ੍ਹਾਂ ਲੋਕਾਂ ਦੇ ਨਾਮ ਲਿਖੇ ਗਏ ਸਨ ਉਹਨਾਂ ਨੂੰ ਅਪਮਾਨ ਤੇ ਨਿੰਦਾ ਕਰਨ ਲਈ ਇਹਨਾਂ ਸੰਸਥਾਵਾਂ ਵੱਲੋਂ ਅਦਾਲਤ ਵਿੱਚ ਘੜੀਸਣ ਲਈ ਚੁਣੌਤੀ ਵੀ ਦਿੱਤੀ ਗਈ, ਪਰ ਕਿਸੇ ਨੇ ਇਸ ਚੁਣੌਤੀ ਨੂੰ ਸਵੀਕਾਰ ਨਾ ਕੀਤਾ। ਪਰ ਸਰਕਾਰ ਤੇ ਫਿਰ ਵੀ ਕੋਈ ਪ੍ਰਭਾਵ ਨਾ ਪਿਆ। ਦੋਸ਼ੀ ਕੌਣ ਹਨ ਦੇ ਮਗਰੋਂ ਇੱਕ ਹੋਰ ਉੱਚ ਅਧਿਕਾਰਕ ਗੈਰ ਸਰਕਾਰੀ ਪੜਤਾਲੀਆ ਕਮਿਸ਼ਨ, ਜਿਸ ਦੇ ਮੁਖੀ ਸੁਪਰੀਮ ਕੋਰਟ ਦੇ ਰਿਟਾਇਰਡ ਚੀਫ ਜਸਟਿਸ SM ਸੀਕਰੀ ਸਨ, ਨੇ ਆਪਣੀ ਰਿਪੋਰਟ ਛਾਪੀ। ਇਸ ਦੇ ਮੈਂਬਰਾਂ ਵਿੱਚ ਬਦਰੁੱਦੀਨ ਤੇ ਬੱਚੀ, ਸਾਬਕਾ ਰਾਜਦੂਤ ਕਾਮਨਵੈਲਥ ਸੈਕਟਰੀ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਸੈਕਟਰੀ ਰਾਜੇਸ਼ਵਰ ਦਿਆਲ, ਸਾਬਕਾ ਵਿਦੇਸ਼ ਸਕੱਤਰ ਰਾਜਦੂਤ ਤੇ ਆਕਸਫੋਰਡ ਯੂਨੀਵਰਸਿਟੀ ਦਾ ਵਿਜ਼ਿਟਿੰਗ ਫੈਲੋ, ਗੋਵਿੰਦ ਨਾਰਾਇਣ, ਸਾਬਕਾ ਗ੍ਰਹਿ ਤੇ ਰੱਖਿਆ ਸਕੱਤਰ ਤੇ ਰਾਜਪਾਲ ਤੇ TCA ਸ਼੍ਰੀ ਨਿਵਾਸ ਸਵਰਧਨ, ਸਾਬਕਾ ਗ੍ਰਹਿ ਸਕੱਤਰ ਸ਼ਾਮਲ ਸਨ। ਕਮਿਸ਼ਨ ਨੇ ਹਿੰਸਾ ਵਾਲੀਆਂ ਥਾਵਾਂ ਵੇਖੀਆਂ, ਜ਼ੁਲਮ ਦੇ ਸ਼ਿਕਾਰ ਲੋਕਾਂ ਤੇ ਚਸ਼ਮਦੀਦ ਗਵਾਹਾਂ ਤੋਂ ਪੁੱਛਗਿੱਛ ਕੀਤੀ ਤੇ ਦਿੱਤੇ ਗਏ ਹਲਫੀਆ ਬਿਆਨਾਂ ਦੀ ਖੋਜ ਪੜਤਾਲ ਕੀਤੀ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੂੰ ਵਾਰ-ਵਾਰ ਬੇਨਤੀਆਂ ਕਰਨ ਤੇ ਦੋਹਾਂ ਵਿਅਕਤੀਆਂ ਨੇ ਕਮਿਸ਼ਨ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕਮਿਸ਼ਨ ਨੇ ਆਪਣੀ ਖੋਜ ਦੇ ਨਿਰਣੇ 18 ਜਨਵਰੀ 1985 ਨੂੰ ਛਾਪ ਦਿੱਤੇ। ਇਸ ਨੇ ਸਿੱਟਾ ਕੱਢਿਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਵਹਿਸ਼ਿਆਨਾ ਕਤਲ ਨੇ ਇਹ ਸਾਰੇ ਜ਼ੁਲਮਾਂ ਦੀ ਚਿੰਗਿਆੜੀ ਭੜਕਾਈ। ਇੱਕੋ ਜਿਹੀ ਵਿਲੱਖਣ ਸ਼ੈਲੀ ਜਿਸ ਨਾਲ ਸਥਾਨਕ ਅੰਤਰ ਨਾਲ ਇਹ ਅਪਰਾਧ ਕੀਤੇ ਗਏ, ਇਹ ਸੰਕੇਤ ਦਿੰਦੇ ਹਨ ਕਿ ਕਿਸੇ ਪੜਾਅ ਤੇ ਉਦੇਸ਼ ਇਹੋ ਬਣ ਗਿਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਇਹਨਾਂ 'ਚੋਂ ਜੋ ਨਤੀਜੇ ਕੱਢੇ ਗਏ ਹਨ ਉਹਨਾਂ ਦਾ ਕਾਰਨ ਸ਼ਾਸਨ ਦੀ, ਪੁਲਿਸ ਦੀ ਟਾਲੀ ਜਾਣ ਵਾਲੀ ਘੋਰ ਅਸਫਲਤਾ, ਭੈੜੇ ਰਾਜਸੀ ਅਨਸਰਾਂ ਦੀ ਭੜਕਾਹਟ, ਸੂਚਨਾ ਮਾਧਿਅਮਾਂ ਦੀ ਸ਼ੱਕੀ ਭੂਮਿਕਾ ਤੇ ਸਰਕਾਰੀ ਮਸ਼ੀਨਰੀ ਦੀ ਲਾਪਰਵਾਹੀ, ਸਿਥਲਤਾ ਤੇ ਬੇਦਿਲੀ ਸੀ। ਸਿੱਟੇ ਇਹੋ ਹਨ ਕਿ ਪੰਜਾਬ ਤੇ ਦਿੱਲੀ ਵਿੱਚ ਹਿੰਸਾ ਤੇ ਆਤੰਕਵਾਦ ਦੇ ਮਾਹੌਲ ਪਿੱਛੋਂ ਸ਼ਾਸਨ ਨੂੰ ਰਾਜਸੀ ਸ਼ਖਸੀਅਤਾਂ ਦੀ ਸੁਰੱਖਿਆ ਲਈ ਵਧੇਰੇ ਸੁਚੇਤ ਹੋਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਉੱਪਰ ਹਮਲਾ ਹੋਣ ਤੇ ਉਹਦੀ ਮੌਤ ਦੇ ਸਰਕਾਰੀ ਐਲਾਨ ਦੇ ਵਕਫੇ ਵਿੱਚ ਪ੍ਰਸ਼ਾਸਨ ਨੂੰ ਹਿੰਸਾ ਤੇ ਨਾਗਰਿਕ ਅਫਰਾ ਤਫਰੀ ਨੂੰ ਰੋਕਣ ਲਈ ਉਚਿਤ ਕਦਮ ਉਠਾਉਣੇ ਚਾਹੀਦੇ ਸਨ। ਸਾਨੂੰ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਕਿ 31 ਅਕਤੂਬਰ ਜਾਂ ਅਗਲੀ ਸਵੇਰ ਨੂੰ ਮਨਾਹੀ ਦੇ ਹੁਕਮ ਲਾਗੂ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ ਹੋਵੇ। ਇਤਿਹਾਸ ਸਰਕਾਰ ਨੇ ਇਸ ਕਮਿਸ਼ਨ ਦੇ ਨਿਰਣਿਆਂ ਵੱਲ ਕੋਈ ਵੀ ਧਿਆਨ ਨਾ ਦਿੱਤਾ ਤੇ ਇਹੋ ਕਹਿਣਾ ਜਾਰੀ ਰੱਖਿਆ ਕਿ ਇਸੇ ਗੱਲ ਤੇ ਅੜੀ ਰਹੀ ਕਿ ਸਰਕਾਰੀ ਤੌਰ ਤੇ ਅਦਾਲਤੀ ਪੜਤਾਲ ਨਾਲ ਦਿੱਲੀ ਦੇ ਸਿੱਖਾਂ ਦੀਆਂ ਸਮੱਸਿਆਵਾਂ ਹੋਰ ਉਲਝ ਜਾਣਗੀਆਂ ਤੇ ਜੇ ਕੋਈ ਅਜਿਹੀ ਪੜਤਾਲ ਕੀਤੀ ਹੀ ਜਾਣੀ ਹੈ ਤਾਂ ਇਹ ਅਕਾਲੀ ਨੇਤਾਵਾਂ ਨਾਲ ਸਮੁੱਚੇ ਪ੍ਰਸਤਾਵ ਦੇ ਰੂਪ ਵਿੱਚ ਸਿਆਸੀ ਸਮਝੌਤੇ ਦੇ ਰੂਪ ਵਿੱਚ ਹੋਵੇਗੀ, ਨਾ ਕਿ ਕੌਮੀ ਜ਼ਮੀਰ ਨੂੰ ਜਵਾਬਦੇਹ ਬਣਾ ਕੇ ਕੀਤੀ ਜਾਵੇਗੀ। ਆਖਰ ਸਮਝੌਤੇ ਅਨੁਸਾਰ ਪੜਤਾਲੀਆ ਕਮਿਸ਼ਨ ਦੀ ਮੰਗ ਮੰਨ ਲਈ ਗਈ। ਜਿਸ ਤਰ੍ਹਾਂ ਕਮਿਸ਼ਨ ਨੇ ਆਪਣਾ ਕਾਰਜ ਕੀਤਾ ਉਹ ਵੀ ਫਸਾਦਾਂ ਦੀ ਵਿਉਂਤ ਵਰਗਾ ਹੀ ਸੀ। ਦੋਸ਼ੀਆਂ ਦੀ ਪਛਾਣ ਤਾਂ ਕੀਤੀ ਗਈ ਪਰ ਉਹਨਾਂ ਦੇ ਅਪਰਾਧਾਂ ਦੀ ਪਰਦਾਪੋਸ਼ੀ ਕੀਤੀ ਗਈ। ਸੁਪਰੀਮ ਕੋਰਟ ਦਾ ਜਸਟਿਸ ਰੰਗਾਨਾਥ ਮਿਸ਼ਰਾ, ਜਿਸ ਨੂੰ ਇੱਕ ਮੈਂਬਰੀ ਕਮਿਸ਼ਨ ਵਜੋਂ ਇਸ ਬਾਰੇ ਪੜਤਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਚੰਗੀ ਤਰ੍ਹਾਂ ਜਾਣਦਾ ਸੀ ਕਿ ਰਾਜਕਾਰੀ ਪਾਰਟੀ ਦੇ ਕਈ ਉੱਘੇ ਮੈਂਬਰ, ਜਿਨ੍ਹਾਂ ਵਿੱਚ ਮੰਤਰੀ ਬਣੇ ਹੋਏ ਲੋਕ ਵੀ ਸ਼ਾਮਲ ਹਨ, ਦੇ ਨਾਮ ਦੰਗਾ ਭੜਕਾਉਣ ਵਾਲਿਆਂ ਵਜੋਂ ਲਏ ਗਏ ਹਨ ਤੇ ਪ੍ਰਧਾਨ ਮੰਤਰੀ ਨੇ ਖੁਦ ਹੀ ਉਹਨਾਂ ਦੀ ਪੜਤਾਲ ਕਰਾਉਣ ਵਿੱਚ ਸਪਸ਼ਟ ਹਿਚਕਚਾਹਟ ਤੇ ਝਿਜਕ ਵਿਖਾਈ ਸੀ। ਜ਼ੁਲਮ ਦਾ ਸ਼ਿਕਾਰ ਲੋਕਾਂ ਦਾ ਪੱਖ ਰਿਟਾਇਰ ਹੋਏ ਸੁਪਰੀਮ ਕੋਰਟ ਦੇ ਚੀਫ ਜਸਟਿਸ SM ਸੀਕਰੀ ਦੀ ਅਗਵਾਈ ਵਿੱਚ ਬਣੀ ਨਾਗਰਿਕ ਇਨਸਾਫ ਕਮੇਟੀ ਨੇ ਪੇਸ਼ ਕੀਤਾ। ਜਸਟਿਸ VM ਤਾਰਕੁੰਡੇ ਨੇ ਬਿਊਰੋ ਤਿਆਰ ਕੀਤਾ ਤੇ ਭਾਰਤ ਦੇ ਸਭ ਤੋਂ ਉੱਘੇ ਵਕੀਲ ਸੌਲੀ ਸਰਾਬਜੀ ਨੇ ਕਮਿਸ਼ਨ ਕੋਲ ਇਹ ਮੁਕੱਦਮਾ ਪੇਸ਼ ਕੀਤਾ। ਨਾਗਰਿਕ ਇਨਸਾਫ ਕਮੇਟੀ ਨੇ 6000 ਤੋਂ ਜ਼ਿਆਦਾ ਹਲਫੀਆ ਬਿਆਨ ਪੇਸ਼ ਕੀਤੇ ਤੇ ਸਿੱਖ ਵਿਰੋਧੀ ਹਿੰਸਾ ਨੂੰ ਭੜਕਾਉਣ ਵਾਲੇ ਸਿਆਸਤਦਾਨਾਂ ਤੇ ਪੁਲਿਸੀਆਂ ਵਿਰੁੱਧ 100 ਤੋਂ ਵਧੇਕ ਗਵਾਹ ਵੀ ਭੁਗਤਾਏ। ਕਮਿਸ਼ਨ ਨੂੰ ਇਹ ਅਧਿਕਾਰ ਵੀ ਦਿੱਤਾ ਗਿਆ ਸੀ ਕਿ ਉਹ ਆਪਣੀ ਸਹਾਇਤਾ ਲਈ ਇੱਕ ਆਜ਼ਾਦ ਪੜਤਾਲੀ ਏਜੰਸੀ ਨਿਯੁਕਤ ਕਰ ਸਕਦਾ ਸੀ।
ਇਸ ਨੇ ਏਜੰਸੀ ਦੇ ਮੁਖੀ ਵਜੋਂ ਇੱਕ ਅਧੀਨ ਪੁਲਿਸ ਕਪਤਾਨ ਦੀ ਚੋਣ ਕੀਤੀ। ਜਦੋਂ ਨਾਗਰਿਕ ਇਨਸਾਫ ਕਮਿਸ਼ਨ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਹਲਫੀਆ ਬਿਆਨਾਂ ਉੱਪਰ ਜ਼ਿਰਾ ਕੀਤੀ ਗਈ ਤਾਂ ਇਸ ਨੂੰ ਲੋਕਾਂ ਦੇ ਹਲਫੀਆ ਬਿਆਨਾਂ ਦੀ ਨਕਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਨ੍ਹਾਂ ਤੇ ਦੋਸ਼ ਲਗਾਏ ਗਏ ਸਨ ਕਿ ਉਹਨਾਂ ਦੀ ਪਛਾਣ ਵੀ ਗੁਪਤ ਰੱਖੀ ਗਈ ਸੀ, ਜਿਨ੍ਹਾਂ ਨੇ ਉਹ ਹਲਫੀਆ ਬਿਆਨ ਦਿੱਤੇ ਸਨ। ਕਟਹਿਰੇ ਵਿੱਚ ਦਿੱਲੀ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਖੜਾ ਨਾ ਕੀਤਾ ਗਿਆ। ਮਹੱਤਵਪੂਰਨ ਪੁਲਿਸ ਰੋਜ਼ਨਾਮਚਿਆਂ ਲਈ ਨਾਗਰਿਕ ਇਨਸਾਫ ਕਮੇਟੀ ਦੀ ਬੇਨਤੀ ਵੀ ਅਪ੍ਰਵਾਨ ਕਰ ਦਿੱਤੀ ਗਈ। ਉਹ ਅਫਸਰ ਜਿਨ੍ਹਾਂ ਉੱਪਰ ਧਮਕਾਉਣ ਤੇ ਪਰੇਸ਼ਾਨ ਕਰਨ ਦੇ ਦੋਸ਼ ਗਵਾਹਾਂ ਵੱਲੋਂ ਲਾਏ ਗਏ ਸਨ, ਉਹਨਾਂ ਨੂੰ ਹੀ ਦੋਸ਼ਾਂ ਦੀ ਪੜਤਾਲ ਕਰਨ ਲਈ ਨਿਯੁਕਤ ਕੀਤਾ ਗਿਆ। ਹਾਰ ਕੇ ਨਾਗਰਿਕ ਇਨਸਾਫ ਕਮੇਟੀ ਨੇ ਕਮਿਸ਼ਨ ਨਾਲੋਂ ਵੱਖ ਹੋਣ ਦਾ ਫੈਸਲਾ ਕਰ ਲਿਆ। ਇਸ ਨੇ ਅਜਿਹਾ ਕਰਨ ਦੇ ਕਾਰਨ ਦੱਸਦਿਆਂ ਹੋਇਆਂ ਬੜੇ ਵਿਸਤਾਰ ਨਾਲ ਯਾਦ ਪੱਤਰ ਪੇਸ਼ ਕੀਤਾ। ਜਸਟਿਸ ਤਾਰ ਕੁੰਡੇ ਨੇ ਕਿਹਾ ਕਿ ਅਸੀਂ ਅਨੁਭਵ ਕਰਦੇ ਹਾਂ ਕਿ ਸਾਡਾ ਹਿੱਸਾ ਲੈਣ ਦਾ ਕੋਈ ਲਾਭ ਨਹੀਂ ਹੈ। ਇਹ ਇੱਕ ਪਾਸੜ ਪੜਤਾਲ ਹੈ। ਜਿਵੇਂ ਸਾਡੇ ਨਾਲ ਇਕਰਾਰ ਕੀਤਾ ਗਿਆ ਸੀ, ਸਾਨੂੰ ਉਸ ਤਰ੍ਹਾਂ ਹਿੱਸਾ ਲੈਣ ਨਹੀਂ ਦਿੱਤਾ ਗਿਆ। ਮਿਸ਼ਰਾ ਕਮਿਸ਼ਨ ਦੀ ਮੁਕੰਮਲ ਰਿਪੋਰਟ ਜਨਤਾ ਲਈ ਪ੍ਰਕਾਸ਼ਿਤ ਨਾ ਕੀਤੀ ਗਈ। ਸਿਰਫ ਮਾਰੇ ਗਏ ਲੋਕਾਂ ਦੀ ਗਿਣਤੀ ਤੇ ਪੁਲਿਸ ਵਿਰੁੱਧ ਟੀਕਾ ਟਿੱਪਣੀ ਹੀ ਪ੍ਰਕਾਸ਼ਿਤ ਕੀਤੀ ਗਈ। ਇਸ ਦਾ ਭਾਵ ਇਹ ਹੋਇਆ ਕਿ ਦੋਸ਼ੀ ਕੌਣ ਹੈ। ਵਿੱਚ ਜਿਨ੍ਹਾਂ ਹਾਕਮ ਪਾਰਟੀ ਦੇ ਮੈਂਬਰਾਂ ਤੇ ਸਿਆਸਤਦਾਨਾਂ ਦੇ ਨਾਮ ਲਏ ਗਏ ਸਨ, ਉਹਨਾਂ ਨੂੰ ਮਿਸ਼ਰਾ ਕਮਿਸ਼ਨ ਨੇ ਬਰੀ ਕਰ ਦਿੱਤਾ ਤੇ ਬੇਕਸੂਰ ਪਾਇਆ। ਇਸ ਨੇ ਹੋਰ ਏਜੰਸੀਆਂ ਕਾਇਮ ਕਰਨ ਦੀ ਸਿਫਾਰਿਸ਼ ਕੀਤੀ ਜੋ ਉਹਨਾਂ ਲੋਕਾਂ ਦੀ ਪਛਾਣ ਕਰਕੇ ਮੁਕੱਦਮੇ ਚਲਾਏ ਜਿਨ੍ਹਾਂ ਦੇ ਨਾਮ ਲਏ ਗਏ ਸਨ। ਹਜ਼ਾਰਾਂ ਸਿੱਖਾਂ ਦੇ ਮਾਰੇ ਜਾਣ ਦੇ 4 ਸਾਲ ਪਿੱਛੋਂ ਵੀ ਇੱਕ ਵੀ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਗਈ। ਬਾਕੀ ਅਗਲੇ ਭਾਗ ਵਿੱਚ। ਧੰਨਵਾਦ।